आपको ले चलते हैं कांग्रेस नेता प्रगट सिंह की प्रेस कॉन्फ्रेंस में। रुपया सिस्टम ਦੇ ਵਿੱਚੋਂ ਇੱਕੋ ਹੀ ਬੰਦਾ ਖਾ ਗਿਆ। ਉਹਦੇ ਵਿੱਚ ਨਾ ਕੋਈ ਪੋਲੀਟੀਕਲ ਬੰਦਾ ਸੀ, ਨਾ ਕੋਈ ਬਿਊਰੋਕਰੈਟ ਸੀ, ਨਾ ਕੋਈ ਥੱਲੇ ਸੀ, ਨਾ ਕੋਈ ਉੱਪਰ ਸੀ। ਤੇ ਜੇ ਇਹੋ ਜਿਹਾ ਸਿਸਟਮ ਹੈ ਤੇ ਫਿਰ ਆਪਾਂ ਜਿਹੜਾ 32,000 ਕਰੋੜ ਰੁਪਏ ਦੀਆਂ ਤਨਖਾਹਾਂ ਦਿੰਨੇ ਉਹ ਕਾਹਦੇ ਲਈ ਦਿੰਨੇ ਆ? ਉਹਨੂੰ ਕੋਈ ਸੁਪਰਵਾਈਜ਼ ਕਰਨ ਵਾਲਾ ਨਹੀਂ ਸੀ। ਅਕਾਲੀ ਦਲ ਦੀ ਸਰਕਾਰ ਸੀ, ਬੀਜੇਪੀ ਨਾਲ ਉਹਦੀ ਭਾਈਵਾਲ ਸੀ, ਤੇ ਉਹ ਕਿੱਥੇ ਐਗਜ਼ੀਕਿਊਟ ਹੋਇਆ? ਮੈਨੂੰ ਨਹੀਂ ਲੱਗਦਾ ਕਦੀ ਇਸ ਗੱਲ ਤੇ ਆਪਾਂ ਗੌਰ ਵੀ ਕੀਤੀ ਹੋਵੇ। ਔਰ ਏਸੀ ਵਿਜੀਲੈਂਸ ਡਿਪਾਰਟਮੈਂਟ ਨੇ 2003 ਦੇ ਵਿੱਚ ਡਿਸਪ੍ਰਪੋਰਸ਼ਨੇਟ ਐਸੈਟਸ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਤੇ ਪਰਿਵਾਰ ਤੇ ਪਰਚਾ ਦਰਜ ਕੀਤਾ ਸੀ। ਔਰ ਉਹਦਾ ਆਈਓ ਸੁਰਿੰਦਰਪਾਲ ਸੀ ਤੇ ਸੁਪਰਵਾਈਜ਼ਰੀ ਆਫੀਸਰ ਬੀਕੇ ਉੱਪਲ ਸੀ। ਤੇ ਉਹ ਐਂਡ ਆਫ ਦਾ ਡੇ ਜਦੋਂ ਉਹਨਾਂ ਦੀ ਇਕੁਇਟਲ ਹੋਈ ਆ, ਉਹਦੇ ਵਿੱਚ 59 ਜਿਹੜੇ ਗਵਾਹ ਆ ਉਹ ਹੌਸਟਾਈਲ ਹੋਏ ਆ, ਇਨਕਲੂਡਿੰਗ ਆਈਓ ਐਂਡ ਸੁਪਰਵਾਈਜ਼ਰੀ ਆਫੀਸਰ। ਔਰ ਮੈਨੂੰ ਕਿਉਂਕਿ ਮੈਂ ਥੋੜੀ ਬਹੁਤੀ ਨੌਕਰੀ ਵੀ ਕੀਤੀ ਆ, ਜਿੰਨੀ ਕੁ ਮੈਨੂੰ ਗੱਲ ਸਮਝ ਆਉਂਦੀ ਆ, ਕਿਉਂਕਿ ਜੇ ਇਦਾਂ ਦੇ ਅਸੀਂ ਕੰਮ ਕਰਨੇ ਆ ਔਰ ਉਸ ਜੱਜਮੈਂਟ ਦੇ ਵਿੱਚ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਤੇ ਆਈ ਸੀ, ਉਹਦੇ ਵਿੱਚ ਬੇਸਿਕਲੀ ਬੀਕੇ ਉੱਪਰ ਲਈ ਰਿਕਮੈਂਡ ਹੋਇਆ ਸੀ ਵੀ ਇਹਦੇ ਤੇ ਪਰਚਰੀ ਦਾ ਜਿਹੜਾ ਪਰਚਾ ਦਰਜ ਕੀਤਾ ਜਾਵੇ ਔਰ ਇਹ ਹਾਈ ਕੋਰਟ ਦੇ ਵਿੱਚ ਅਨਕੰਡੀਸ਼ਨਲ ਅਪੋਲੋਜੀ ਲੈ ਕੇ ਤੇ ਉਹ ਕੇਸ ਜਿਹੜਾ ਆ ਉਹ ਸੈਟਲ ਹੋਇਆ। ਕੈਪਟਨ ਅਮਰਿੰਦਰ ਸਿੰਘ ਜੀ, ਆਪਾਂ ਇਹ ਨਾ ਕਰੀਏ, ਆਪਾਂ ਇਹ ਕਿੱਧਰ ਨੂੰ ਖੇਡ ਤੋਰ ਲਈ ਆ। ਔਰ ਮੈਂ ਤਾਂ ਕਿਉਂਕਿ ਨਾ ਤਾਂ ਕੋਈ ਡਿਵੀਜ਼ਨ ਹੈ ਕਾਂਗਰਸ ਦੇ ਵਿੱਚ, ਲੇਕਿਨ ਮੈਂ ਤੁਹਾਨੂੰ ਵੀ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਵੀ ਕਹੂੰਗਾ, ਕਿਉਂਕਿ ਆਪਾਂ ਸਾਰਿਆਂ ਨੇ ਪੰਜਾਬ 'ਚ ਰਹਿਣਾ, ਆਪਣੇ ਬੱਚਿਆਂ ਨੇ ਪੰਜਾਬ 'ਚ ਪੜ੍ਹਨਾ, ਆਪਾਂ ਪੰਜਾਬ ਦੇ ਜੰਮਪਲ ਹੈ, ਆਪਾਂ ਪੰਜਾਬ ਦੀ ਬਿਹਤਰੀ ਦੀ ਗੱਲ ਕਰਦੇ ਹਾਂ, ਲੇਕਿਨ ਆਪਾਂ ਡਿਵੀਜ਼ਨ ਦੀ ਗੱਲ ਨਾ ਕਰਕੇ ਆਪਾਂ ਇੱਕ ਸਿਸਟਮ ਦੀ ਔਰ ਇੱਕ ਇਸ਼ੂਜ਼ ਦੀ ਗੱਲ ਕਰੀਏ। ਕਿਉਂਕਿ ਜੇ ਆਪਾਂ ਇਸ਼ੂਜ਼ ਦੀ ਗੱਲ ਨਹੀਂ ਕਰਾਂਗੇ, ਮੈਂ ਤਾਂ ਕਈ ਵਾਰੀ ਐਕਚੁਅਲੀ ਹੁਣ ਹੋ ਕੀ ਰਿਹਾ ਕਿ ਉਸ ਗਰੁੱਪ ਦੇ ਵਿੱਚ ਕਿੰਨੇ ਬੰਦੇ ਆ, ਉਸ ਗਰੁੱਪ ਦੇ ਵਿੱਚ ਕਿੰਨੇ ਬੰਦੇ ਆ, ਮੈਨੂੰ ਤਾਂ ਇਹ ਨਹੀਂ ਲੱਗਿਆ ਵੀ ਕਿਹੜਾ ਗਰੁੱਪ ਹੈ। ਇਹ ਗਰੁੱਪ ਕ੍ਰੀਏਟ ਕੀਤੇ ਜਾ ਰਹੇ ਆ ਔਰ ਉਹਦੇ ਵਿੱਚ ਜਿਹੜੇ ਸੀਨੀਅਰ ਬੰਦੇ ਜਿਹੜੇ ਕਹਿੰਦੇ ਜੀ ਹੁਣ ਫਲਾਣੇ ਗਰੁੱਪ 'ਚ ਕੋਈ ਚਾਹ ਪੀ ਕੇ ਫੋਟੋ ਖਿਚਾ ਰਿਹਾ, ਕੋਈ ਕੁਛ ਕਰਕੇ ਫੋਟੋ ਖਿਚਾ ਰਿਹਾ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ ਆਪਾਂ ਇਸ਼ੂਜ਼ ਦੀ ਗੱਲ ਕਰੀਏ। ਆਪਾਂ ਲੋਕਾਂ ਦੇ ਵਿੱਚ ਜਾਣਾ, ਜਿਹੜੇ ਇਸ਼ੂਜ਼ ਨੂੰ ਆਪਾਂ ਖੜੇ ਹੋਏ ਆ ਨਾ, ਉਸ ਇਸ਼ੂਜ਼ ਤੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਹੈ। ਔਰ ਇੱਕ ਹੋਰ ਪ੍ਰਥਾ ਚੱਲ ਪਈ ਵੀ ਜਿਹੜੇ ਪੀਏ ਆ ਉਹਨਾਂ ਤੇ ਪਰਚਾ, ਸਾਡੇ ਇੱਕ ਮੰਤਰੀ ਦੇ ਪੀਏ ਤੇ ਮੇਰਾ ਖਿਆਲ ਹੈ ਵੀ 3-4 ਮਹੀਨੇ ਬਾਅਦ ਜਾਂ 7 ਮਹੀਨੇ ਬਾਅਦ ਪਰਚਾ ਦਿੱਤਾ। ਤੇ ਜਿਹੜੇ ਤੁਹਾਡੇ ਪੀਏ ਆ, ਜਿਹੜੇ ਪਿਛਲੇ 4.5 ਸਾਲਾਂ ਦੇ ਵਿੱਚ ਜਿੱਥੇ 7 ਸਟਾਰ ਹੋਟਲ ਤੇ 7 ਸਟਾਰ ਹੀ ਲਗਭਗ ਮੈਰਿਜ ਪੈਲੇਸਿਸ ਤੇ ਇੱਕ OSD ਤਾਂ ਉਹ ਆ ਵੀ STF ਦੀ ਰਿਪੋਰਟ ਦੇ ਵਿੱਚ ਜਿਹੜਾ ਰਾਣੂ ਸਰਪੰਚ ਫੜਿਆ ਸੀ ਤੇ ਉਹਦਾ ਨਾਂ ਉਹਦੇ ਵਿੱਚ ਬੋਲਦਾ। ਕਦੀ ਆਪਾਂ ਕਿੱਧਰ ਨੂੰ, ਆਪਣਾ ਸਟਾਫ ਕਿੱਧਰ ਨੂੰ ਜਾਣਾ, ਆਪਾਂ ਕਿਤੇ ਤਾਂ ਖੜ ਜਾਈਏ। ਔਰ ਪਤਾ ਨਹੀਂ, ਹੁਣ ਮੈਂ ਤਾਂ ਹੈਰਾਨਗੀ ਮੈਨੂੰ ਇਸ ਗੱਲ ਦੀ ਆ ਵੀ ਜਿਹੜਾ ਆ ਬਠਿੰਡੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਜਿਹੜਾ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਾਈ ਗਈ ਆ, ਉਹਨੂੰ ਨੋਮੀਨੇਟ ਤਾਂ ਕਰ ਲਿਆ, ਪਰ ਕੈਪਟਨ ਸਾਹਿਬ ਉਹਦੇ ਤੋਂ ਪੜਦਾ ਜਿਹੜਾ ਇਹ ਸ਼ਰਾਰਤ ਹੋਈ ਆ, ਔਰ ਇਹ ਸ਼ਰਾਰਤ ਬੀਜੇਪੀ ਵੱਲੋਂ ਹੋਈ ਆ, ਕਿਉਂਕਿ ਬੀਜੇਪੀ ਦਾ ਇੱਕ ਲੀਡਰ ਜਿਹੜਾ ਉਹਦੇ ਵਿੱਚ ਇਨਵੋਲਵ ਹੋਇਆ, ਉਹਦੀ ਫੁਟੇਜ ਵੀ ਆਈ ਆ ਜਾਂ ਹੋਰ ਵੀ ਚੀਜ਼ਾਂ ਆਈਆਂ। ਤੇ ਆਪਾਂ ਇਹੋ ਜਿਹੀਆਂ ਸ਼ਰਾਰਤਾਂ ਪੰਜਾਬ ਦੇ ਵਿੱਚ ਕਰਾਂਗੇ ਤਾਂ ਇਹ ਪੰਜਾਬ ਲਈ ਬਹੁਤੀ ਚੰਗੀ ਗੱਲ ਨਹੀਂ ਹੈ। ਔਰ ਮੈਂ ਅੱਛਾ ਉਦੋਂ ਗਾਂਹ ਸੁਣ ਲਓ, ਇੱਕ ਪਾਸੇ ਤਾਂ ਅਸੀਂ IG ਪਰਮਰਾਜ ਉਮਰਾ ਨੰਗਲ ਨੂੰ ਸਸਪੈਂਡ ਕੀਤਾ ਹੋਇਆ, ਤੇ ਇੱਕ ਉਹਨੇ ਹਾਈ ਕੋਰਟ ਦੇ ਵਿੱਚ ਰਿਟ ਪਾਈ ਸੀ
CWP 22,703 2020 ਦੀ ਉਹਦੇ ਵਿੱਚ ਜਿਹੜਾ ਸਾਡਾ ਐਡਵੋਕੇਟ ਜਨਰਲ ਦਾ ਅੰਗੇਜ ਕੀਤਾ ਹੋਇਆ ਵਕੀਲ ਹੈ ਉਹਨੇ ਔਨ ਰਿਕਾਰਡ ਸਟੇਟਮੈਂਟ ਦਿੱਤੀ। ਮੈਂ ਤਾਂ ਵੈਸੇ ਹੀ ਉਹ ਪੜ੍ਹਨ ਲੱਗ ਪਿਆ, ਮੈਂ ਕਿਹਾ ਦੇਖਾਂ ਤਾਂ ਸਹੀ ਵੀ ਇਹ ਕੀ ਕਰਨ ਡਏ ਆ। ਤੇ ਔਨ ਰਿਕਾਰਡ ਉਹਦੇ ਵਿੱਚ ਕਿਹਾ ਗਿਆ ਵੀ ਅਸੀਂ ਇਹਦੇ ਅਗੇਂਸਟ ਕੋਈ ਪ੍ਰੋਸੀਡਿੰਗ ਜਿਹੜੀਆਂ ਉਹ ਬਿਲਕੁਲ ਨਹੀਂ ਕਰਾਂਗੇ। ਇੱਕ ਪਾਸੇ ਉਹਨੂੰ ਸਸਪੈਂਡ ਕੀਤਾ ਹੋਇਆ ਆ, ਉਹਦੀ ਫਾਈਲ ਉਹਦੇ ਗਾਂਹ ਐਕਸ਼ਨ, ਲੇਕਿਨ ਦੂਸਰੇ ਪਾਸੇ ਅਸੀਂ ਜਿਹੜਾ ਆ ਅਸੀਂ ਹਾਈ ਕੋਰਟ ਦੇ ਵਿੱਚ ਕੀ ਸਟੇਟਮੈਂਟ ਦੇਣ ਰਹੇ ਆ। ਕੈਪਟਨ ਅਮਰਿੰਦਰ ਸਿੰਘ ਜੀ, ਇਹ ਸਰਕਾਰ ਕੌਣ ਚਲਾ ਰਿਹਾ, ਇਹ ਕਿੱਦਾਂ ਚੱਲ ਰਹੀ ਆ? ਮੈਨੂੰ ਤਾਂ ਕਈ ਵਾਰੀ ਅਸਲੀ ਗੱਲ ਹੈ, ਮੈਂ ਬਹੁਤ ਰਿਸਪੈਕਟ ਕਰਦਾ, ਕਿਉਂਕਿ ਇਸ ਕਰਕੇ ਕਰਦਾ ਵੀ ਇਸ ਬੰਦੇ ਦੀ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਜਿਹੜੀ ਆ ਉਹ ਸਾਰਿਆਂ ਨਾਲੋਂ ਚੰਗੀ ਸੀ। ਪਰ ਮੈਨੂੰ ਹੁਣ ਕਈਆਂ ਚੀਜ਼ਾਂ ਤੇ ਸ਼ੱਕ ਹੁੰਦਾ ਵੀ ਇਹਨਾਂ ਦੀ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਵੀ ਹੈਗੀ ਆ। ਮੈਨੂੰ ਇਸ ਗੱਲ ਤੇ ਵੀ, ਕਿਉਂਕਿ ਆਪਾਂ ਕਿੰਨੇ ਕੁ ਚਿਰ ਪਰਦੇ ਪਾਈ ਜਾਵਾਂਗੇ, ਆਪਾਂ ਕਿੰਨਾ ਕੁ ਚਿਰ ਇਹਨਾਂ ਨੂੰ ਢਕੀ ਜਾਵਾਂਗੇ। ਔਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਮ ਸੇ ਕਮ ਤੁਸੀਂ ਜੇ ਇਹ ਜਿਹੜੀਆਂ ਸਿਲੈਕਟਿਵ ਖਬਰਾਂ ਜਿਹੜੀਆਂ ਖਾਸ ਕਰਕੇ ਡੋਜ਼ੀਅਰ ਦੀਆਂ ਲੱਗ ਰਹੀਆਂ, ਤੇ ਜੇ ਅਲਟੀਮੇਟਲੀ ਇਹ ਗੱਲ ਸੱਚੀ ਆ, ਇਹ ਤੁਹਾਡੀ ਕਨਫੈਸ਼ਨਲ ਸਟੇਟਮੈਂਟ ਹੈ ਔਰ ਉਸ ਕਨਫੈਸ਼ਨਲ ਸਟੇਟਮੈਂਟ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਿਜ਼ਲਟਸ ਆ ਬੜੇ ਮਾੜੇ ਹੋਣਗੇ। ਔਰ ਦੇਖੋ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਮੈਨੂੰ ਲੱਗਦਾ ਸਭ ਤੋਂ ਔਖਾ ਰਿਫਾਰਮ ਕਰਨਾ, 1.25 ਲੱਖ ਟੀਚਰ ਹੈ, ਮੇਰਾ ਖਿਆਲ 23 ਤੋਂ 24 ਲੱਖ ਬੱਚਾ, ਅਸੀਂ ਜੇ 3 ਸਾਲਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਰਿਫਾਰਮ ਕਰਕੇ, ਕਿਉਂਕਿ ਜੇ ਪੋਲੀਟੀਕਲ ਵਿਲ ਹੈ, ਆਫੀਸਰਸ ਦੀ ਵਿਲ ਹੈ, ਤਾਂ ਫਿਰ ਆਪਾਂ ਜੇ 22ਵੇਂ ਸਥਾਨ ਤੋਂ ਪਹਿਲੇ ਸਥਾਨ ਤੇ ਪਹੁੰਚ ਸਕਦੇ। ਇਹਦਾ ਮਤਲਬ ਬਾਕੀ ਕੰਮਾਂ 'ਚ ਸਾਡੀ ਪੋਲੀਟੀਕਲ ਵਿਲ ਹੈ ਨਹੀਂ। ਉਹਦੇ ਲਈ ਮੈਂ ਨਹੀਂ ਕਹਿੰਦਾ ਕਿ ਤੁਸੀਂ ਉਹ ਰਾਈਟਲੀ ਕਲੇਮ ਵੀ ਕਰਦੇ ਆ, ਔਰ ਮੈਂ ਮੁਬਾਰਕਬਾਦ ਵੀ ਦਿੰਦਾ ਕਿ ਜਿਹੜੀ ਗੱਲ ਚੰਗੀ ਆ ਉਹ ਚੰਗੀ ਵੀ ਹੈਗੀ ਆ, ਪਰ ਆਪਾਂ ਇਹ ਸਿਸਟਮ ਨੂੰ ਕਿੱਧਰ ਨੂੰ ਤੋੜ ਰਹੇ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਔਰ ਜੇ ਕੋਈ ਕੁਐਸਚਨ ਕਿਸੇ ਵੀ ਦੋਸਤ ਨੇ ਕਰਨਾ ਤਾਂ ਡੈਫੀਨਿਟਲੀ। ਪ੍ਰਗਟ ਜੀ, ਰਿਪੋਰਟ ਸੌਂਪ ਦਿੱਤੀ ਗਈ ਹੈ, ਤੁਸੀਂ ਆਪਣੇ ਵੱਲੋਂ ਕੀ ਕਹਿ ਕੇ ਆਏ ਸੀਗੇ ਤੇ ਅੱਜ ਜਿਹੜੀ ਹੁਣ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਤੌਰ ਤੇ ਗੱਲਾਂ ਸਾਹਮਣੇ ਆ ਰਹੀਆਂ ਕਿ 40 ਵਿਧਾਇਕਾਂ ਦੇ ਨਾਮ ਤੇ ਇਹ ਗੱਲ ਆਖੀ ਹੈ ਕਿ ਇਹਨਾਂ ਦੇ ਨਾਮ ਕਿਸੇ ਨਾ ਕਿਸੇ ਘੁਟਾਲੇ ਦੇ ਵਿੱਚ ਹੈਗੇ, ਇਦਾਂ ਦੀ ਗੱਲਾਂ ਸਾਹਮਣੇ ਆ ਰਹੀਆਂ। ਮੈਂ ਤਾਂ ਇਹੀ ਗੱਲ ਤੁਹਾਡੇ ਸਾਹਮਣੇ ਕਹੀ ਆ, ਔਰ ਮੈਂ ਉੱਥੇ ਵੀ ਇਹ ਕਹਿ ਕੇ ਆਇਆ, ਮੈਂ ਆਪਣੇ ਆਪ ਨੂੰ ਬਾਹਰ ਨਹੀਂ ਕਰਦਾ, ਕਿਉਂਕਿ ਜੇ ਇਦਾਂ ਦੀਆਂ ਹੈਗੀਆਂ ਤਾਂ ਫਿਰ ਚੀਫ ਮਿਨਿਸਟਰ ਨੂੰ ਰੋਕਦਾ ਕੌਣ ਹੈ? ਹੁਣ ਤੱਕ ਕੌਣ ਰੋਕਦਾ ਸੀ? ਹੁਣ ਤੱਕ ਕੌਣ ਰੋਕਦਾ ਸੀਗਾ? ਨਹੀਂ, ਮੈਨੂੰ ਇਹਦੇ ਬਾਰੇ ਤਾਂ ਨਹੀਂ ਪਤਾ, ਪਰ ਜਿਹੜੀ ਗੱਲ ਮੈਂ ਬੇਸਿਕਲੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹ ਤਾਂ ਮੈਂ ਇਸ ਗੱਲ ਤੇ ਹੈਰਾਨਗੀ ਆ ਵੀ ਕੋਈ ਚੀਫ ਮਿਨਿਸਟਰ ਇੱਦਾਂ ਵੀ ਕਰਦਾ ਹੁੰਦਾ। ਡਿਫਰੈਂਸਿਸ ਹੋ ਜਾਂਦੇ ਆ, ਪਰ ਔਰ ਉਹ ਮਿਨਿਸਟਰ ਜਿਹੜਾ ਔਨ ਰਿਕਾਰਡ 2 ਵਾਰੀ ਕੰਪਨਸੇਸ਼ਨ ਲੈ ਬੈਠਾ, ਤੇ ਉਹਨੂੰ ਆਪਾਂ ਕਿੱਦਾਂ ਲਕੋਲਾਂਗੇ? ਨਹੀਂ, ਉਹ ਸਾਰਿਆਂ ਨੂੰ ਪਤਾ, ਕਿਉਂਕਿ ਉਹ ਤਾਂ ਸਟੇਟਮੈਂਟ ਆਈ ਹੋਈ ਹੈ। ਸਪੋਰਟਸ ਮਿਨਿਸਟਰ ਬਾਰੇ ਤੁਸੀਂ ਵੀ ਚਰਚਾ ਕੀਤੀ ਆਪਣੇ ਵੱਲੋਂ ਰਿਪੋਰਟ ਤੁਸੀਂ ਦਿੱਤੀ ਹੈ ਜੀ? ਨਹੀਂ, ਮੈਂ ਤਾਂ ਇੱਕ ਜਨਰਲ, ਕਿਉਂਕਿ ਦੇਖੋ ਮੈਂ ਤਾਂ 2019 ਦੇ ਵਿੱਚ ਇੱਕ ਚਿੱਠੀ ਲਿਖੀ ਸੀ, ਉਹਦੇ ਵਿੱਚ ਜਿਹੜੇ 5-7 ਇਸ਼ੂ ਆ, ਮੈਂ ਤਾਂ ਅਜੇ ਵੀ ਉੱਥੇ ਹੀ ਖੜਾ, ਕਿਉਂਕਿ ਉਹਨਾਂ ਨੂੰ ਇਹ ਨਹੀਂ ਹੱਥ ਤੱਕ ਨਹੀਂ ਲਾਇਆ। ਐਕਚੁਅਲੀ ਮੈਟਰ ਹੀ ਉਹ ਕਰਦੇ ਸੀਗੇ। ਜੇ ਮੈਟਰ ਹੀ ਉਹ ਕਰਦੇ ਸੀ ਤਾਂ ਫਿਰ ਐਂਡ ਆਫ ਦਾ ਡੇ ਅਸੀਂ ਕਿਉਂਕਿ ਕਈ ਵਾਰੀ ਤਾਂ ਕਈ ਬੰਦੇ ਤਾਂ ਇਹ ਕਹਿੰਦੇ ਹੁੰਦੇ ਆ ਵੀ ਅੱਜ ਮੈਂ ਸਲਾਹ ਦੇ ਰਿਹਾ, ਮੈਂ ਤਾਂ ਅੱਜ ਤੋਂ 1.5 ਪੌਣੇ 2 ਸਾਲ ਪਹਿਲਾਂ ਇਹ ਸਲਾਹ ਦਿੱਤੀ ਸੀ ਵੀ ਆਉਣ ਵਾਲਾ ਸਮਾਂ, ਕਿਉਂਕਿ ਵਿਜ਼ੂਅਲਾਈਜੇਸ਼ਨ ਕੀ ਹੁੰਦੀ ਆ,
ਵਿਜ਼ੂਅਲਾਈਜੇਸ਼ਨ ਤਾਂ ਇਹੀ ਹੁੰਦੀ ਆ ਵੀ ਹਾਂ ਵੀ ਅਸੀਂ ਆਉਣ ਵਾਲੇ ਸਮੇਂ ਨੂੰ ਭਾਂਪ ਕੇ ਤੇ ਉੱਦਾਂ ਦੇ ਕੰਮ ਕਰ ਲਈਏ ਤਾਂ ਕਿ ਸਾਨੂੰ ਇਹੋ ਜਿਹੀ ਸਿਚੁਏਸ਼ਨ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਗਟ ਜੀ ਮੰਨਦੇ ਹੋ ਕਿ ਮੁੱਖ ਮੰਤਰੀ ਸਾਹਿਬ ਜੀ ਨੂੰ ਵਿਜ਼ਨ ਨਹੀਂ ਲਈ ਜਿਹੜੀ ਤੁਸੀਂ ਉਮੀਦ ਲਈ ਬੈਠੇ ਸੀਗੇ ਪਿਛਲੇ ਸਮੇਂ ਦੇ ਵਿੱਚ? ਨਹੀਂ, ਡਿਲੀਵਰੀ ਤਾਂ ਬਿਲਕੁਲ ਹੈ ਨਹੀਂ। ਵਿਜ਼ਨ ਤਾਂ ਦੇਖੋ, ਮੈਂ ਤਾਂ 2017 ਦੀ ਵੀ ਮੈਂ ਤਾਂ ਪਹਿਲੀ ਵਾਰੀ ਵੀ ਇਹ ਗੱਲ ਕਹੀ ਆ ਵੀ 2017 ਦੇ ਵਿੱਚ ਤਾਂ ਉਹਨਾਂ ਦੇ ਨਾਂ ਨੂੰ ਵੋਟਾਂ ਪਾਈਆਂ ਸੀ। ਲੋਕੀ ਸਮਝਦੇ ਸੀ ਕਿ ਹਾਂ ਬਈ, ਔਰ ਉਹ ਵੀ 80 MLAਆਂ ਦੀ ਜੇ ਸਰਕਾਰ ਹੋਵੇ ਤਾਂ ਫੇਰ ਕਮਜ਼ੋਰੀ ਹੋਵੇ ਤਾਂ ਫੇਰ ਮੈਨੂੰ ਲੱਗਦਾ ਕਿ ਕਿਤੇ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਕਮੀ ਪੇਸ਼ੀ ਆ। ਪ੍ਰਗਟ ਜੀ ਸਰਕਾਰ ਚਲਾ ਕੌਣ ਰਿਹਾ ਫਿਰ ਤੁਹਾਡੇ ਸਾਹਮਣੇ? ਤੁਸੀਂ ਤਾਂ ਸਿਸਟਮ ਦੇ ਵਿੱਚ ਹੈਗੇ ਹੋ। ਸਰਕਾਰ ਮੈਨੂੰ ਤਾਂ ਆਪ ਨਹੀਂ ਸਮਝ ਆਈ ਵੀ ਕੌਣ ਚਲਾ ਰਿਹਾ, ਕਿਉਂਕਿ ਇੱਕ ਪਾਸੇ ਤਾਂ ਅਸੀਂ ਪਰਮਰਾਜ ਉਮਰਾ ਨੰਗਲ ਦੇ ਅਗੇਂਸਟ ਪ੍ਰੋਸੀਡਿੰਗ ਸ਼ੁਰੂ ਕੀਤੀਆਂ ਆ ਤੇ ਹਾਈ ਕੋਰਟ ਦੇ ਵਿੱਚ ਅਸੀਂ ਜਾ ਕੇ ਸਟੇਟਮੈਂਟ ਦੇਣ ਰਹੇ ਆ, ਔਰ ਉੱਥੇ ਇਹ ਵੀ ਪੁੱਛਿਆ ਗਿਆ ਵੀ ਤੁਹਾਡੇ ਕੋਲ ਅਥਾਰਟੀ ਵੀ ਹੈਗੀ ਆ ਇਹ ਸਟੇਟਮੈਂਟ ਰਿਕਾਰਡ ਕਰਾਉਣ ਦੀ। ਉਹਨਾਂ ਨੇ ਕਿਹਾ ਮੇਰੇ ਕੋਲ ਕੰਪੀਟੈਂਟ ਅਥਾਰਟੀ ਦੇ ਵੱਲੋਂ ਮੇਰੇ ਕੋਲ ਕਲੀਅਰ ਕੱਟ ਇੰਸਟਰਕਸ਼ਨ ਹੈਗੀਆਂ ਵੀ ਹਾਂ ਵੀ ਅਸੀਂ ਇਹਨਾਂ ਤੇ ਕੋਈ ਕੇਸ ਜਿਹੜਾ ਉਹ ਜਿਹੜੀਆਂ ਪ੍ਰੋਸੀਡਿੰਗ ਆ ਉਹ ਨਹੀਂ ਚਲਾਵਾਂਗੇ। ਪਟਿਆਲੇ ਲੱਗੇ ਸਿੱਧੂ ਦੇ ਪੋਸਟਰ, ਅੰਮ੍ਰਿਤਸਰ ਲੱਗੇ ਕੈਪਟਨ ਇੱਕ ਹੀ ਹੁੰਦਾ, ਇਹ ਪੋਸਟਰ ਵਾਰ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਸੱਚੀ ਗੱਲ ਦੱਸਾਂ, ਇਹ ਬੱਚਿਆਂ ਦੀ ਲੜਾਈ ਨਹੀਂ ਹੈ। ਪੋਸਟਰਾਂ ਨਾਲ ਕੀ ਹੋ ਜਾਊਗਾ? ਜੇ ਕੋਈ ਕਹੇ ਵੀ ਹਾਂ ਬਈ, ਜੇ ਕਿਸੇ ਨੂੰ ਕਈ ਵਾਰੀ ਨਾ ਭੁਲੇਖਾ ਪੈ ਜਾਵੇ ਤਾਂ ਉਹ ਸ਼ਾਇਦ ਕਈ ਵਾਰੀ ਇਦਾਂ ਦੀਆਂ ਗੱਲਾਂ ਕਰਦਾ ਹੁੰਦਾ ਵੀ ਮੈਂ ਕੈਪਟਨ ਹੀ ਹਾਂ। ਮੈਂ ਹੁਣ ਮੰਨ ਲਓ ਸਪੋਜ਼ ਮੇਰੇ ਵਰਗੇ ਨੇ ਜੇ ਇੰਡੀਆ ਟੀਮ ਦਾ ਕਪਤਾਨ ਆ ਤਾਂ ਮੈਂ ਕਪਤਾਨ ਆ, ਮੈਨੂੰ ਕੌਨਫੀਡੈਂਸ ਹੋਣਾ ਚਾਹੀਦਾ ਵੀ ਮੈਂ ਕਪਤਾਨ ਆ। ਕਿਸੇ ਦੇ ਕਹਿਣ ਨਾਲ, ਕਿਸੇ ਦੇ ਪੋਸਟਰ ਲਾਉਣ ਨਾਲ ਕੀ ਹੋ ਜਾਂਦਾ? ਪਰ ਇੱਕ ਪਾਸੇ ਜਿਸ ਤਰ੍ਹਾਂ ਡੋਜੀਅਰ ਦੀਆਂ ਗੱਲਾਂ ਹੋ ਰਹੀਆਂ, ਦੂਜੇ ਪਾਸੇ ਜਿਹੜਾ ਇਰੀਗੇਸ਼ਨ ਘਟਾਲਾ ਹੋਇਆ, ਇਹ ਸੀਐਮ ਦੀ ਮਜਬੂਰੀ ਤੇ ਕਮਜ਼ੋਰੀ ਕਿੱਥੇ ਹੈ? ਮੈਂ ਤਾਂ ਕਹਿੰਦਾ ਮਜਬੂਰੀ ਵੀ ਆ, ਕਮਜ਼ੋਰੀ ਵੀ ਆ। ਜੇ 80 ਬੰਦਿਆਂ ਦੇ MLA, ਮੈਂ ਤਾਂ ਇੱਕ ਵਾਰੀ ਇਹ ਵੀ ਕਿਹਾ ਸੀ, ਮੈਂ ਕਿਹਾ ਜੀ ਜਿਹੜੇ ਕੋਈ MLA ਤੁਹਾਨੂੰ ਲੱਗਦੇ ਕਰਪਟ ਆ ਉਹਨਾਂ ਨੂੰ ਵੀ ਠੋਕ ਲਓ। ਇਹ ਤਾਂ ਹੁੰਦਾ ਕਈ ਵਾਰੀ ਸਰਕਾਰ 60 ਵਾਟਾਂ ਦੀ ਹੋਵੇ ਤੇ 59 ਚਾਹੀਦੇ ਨਾ ਮੇਰੇ ਖਿਆਲ ਆਪਾਂ ਨੂੰ, 59 ਹੀ ਚਾਹੀਦੇ ਆਓ, ਤੇ ਉਹਦੇ ਵਿੱਚ ਤਾਂ ਕਈ ਵਾਰੀ ਡਰ ਹੁੰਦਾ। 80 ਦੇ ਵਿੱਚ ਕਾਹਦਾ ਡਰ ਹੁੰਦਾ? 80 ਦੇ ਵਿੱਚ ਤਾਂ ਡਰ ਹੀ ਕੋਈ ਨਹੀਂ ਲੰਮਾ ਚੌੜਾ ਹੁੰਦਾ। ਫਿਰ ਹਾਈ ਕਮਾਂਡ ਨੂੰ ਜਿਹੜੇ ਡੋਜੀਅਰ ਗਈ ਹੈਗੀ ਉਹਨਾਂ ਦੀਆਂ ਟਿਕਟਾਂ ਕੱਢ ਦੇਣੀਆਂ ਚਾਹੀਦੀਆਂ ਕਿ ਤੁਹਾਡੇ ਹਿਸਾਬ ਨਾਲ? ਨਹੀਂ, ਮੈਂ ਤਾਂ ਕਹਿੰਦਾ ਇਹਨੂੰ ਐਕਸੈਪਟ ਤਾਂ ਕਰਨ, ਪਬਲਿਕ ਸਟੇਟਮੈਂਟ ਤਾਂ ਦੇਣ ਕਿ ਹਾਂ ਵੀ ਇਹ ਐਕਚੁਅਲ ਗੱਲ ਕੀ ਆ। ਕਿਉਂਕਿ ਸਿਲੈਕਟਿਵਲੀ ਅੱਜ ਦੀ ਤਰੀਕ ਦੇ ਵਿੱਚ ਦੇਖੋ ਹਰ ਚੀਜ਼ ਨੂੰ ਸਿਲੈਕਟਿਵਲੀ ਲੀਕ ਕਰਨਾ, ਫਿਰ ਉਹਨੂੰ ਹੌਲੀ ਹੌਲੀ ਉਹ ਜਿੱਦਾਂ ਨਹੀਂ ਕਹਿੰਦੇ ਹੁੰਦੇ ਅੱਗ ਬਾਲ ਕੇ ਉਹਨੂੰ ਹੌਲੀ ਹੌਲੀ ਹਵਾ ਦੇਣੀ। ਤੇ ਮੈਂ ਕਹਿੰਦਾ ਗੱਲ ਸਿੱਧੀ ਕਰ ਲਓ। ਕਮੇਟੀ ਜਿਹੜੀ ਐਡਜਸਟਮੈਂਟ ਕਰ ਰਹੀ ਹੈ ਕਿ ਸਿੱਧੂ ਨੂੰ ਡਿਪਟੀ ਸੀਐਮ ਲਾ ਦਿੱਤਾ ਜਾਵੇ, 2 ਕਾਰਜਕਾਰੀ ਪ੍ਰਧਾਨ ਦੇਖੋ ਮੈਨੂੰ ਐਡਜਸਟ ਕੀਤਾ ਜਾ ਰਿਹਾ, ਉਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ, ਕਿਉਂਕਿ ਨਾ ਮੈंने ਇੰਨੀ ਗੱਲ ਕਿਤੇ ਸੁਣਵਾਈ ਹੁੰਦੀ ਆ। ਮੈਂ ਫਾਰਵਰਡ ਕੀ ਹੈਗਾ ਸਭ ਨੂੰ ਪਤਾ ਸਿਚੁਏਸ਼ਨ ਕੀ ਹੈਗੀ ਹੈ, ਹੁਣ ਹੋਊਗਾ ਕੀ ਇਹ ਤਾਂ ਸਭ ਨੂੰ ਪਤਾ ਜੋ ਤੁਸੀਂ ਦੱਸ ਚਲੋ ਕੀ ਸੋਲੂਸ਼ਨ ਕੀ ਹੈ? ਨਹੀਂ, ਬੇਸਿਕਲੀ ਆਉਣ ਵਾਲਾ ਸਮਾਂ ਦੇਖਦੇ ਕੀ ਕਰਦੇ ਆ, ਕੀ ਇਹ ਕਹਿੰਦੇ ਆ। ਸਮਾਂ ਰਹਿ ਗਿਆ ਜੀ, ਸਮਾਂ ਰਹਿ ਗਿਆ ਨਹੀਂ, ਸਮਾਂ ਤਾਂ ਕੋਈ ਇਦਾਂ ਦੀ ਕੋਈ ਗੱਲ ਤਾਂ ਹੈ ਨਹੀਂ। 8 ਮਹੀਨੇ ਰਹਿ ਗਏ ਸਾਰੇ ਸਰ 8 ਦੇਖੋ ਜੇ ਕਰਨਾ ਹੋਵੇ ਤਾਂ ਬਹੁਤ ਕੁਝ ਹੋ ਜਾਂਦਾ। ਗੱਲ ਤਾਂ ਨੀਤ ਦੀ ਆ, ਹੋਰ ਤਾਂ ਕੋਈ ਰੌਲਾ ਨਹੀਂ ਹੈ। ਪ੍ਰਗਟ ਜੀ, ਐਚਐਸ ਫੂਲਕਾ ਨੇ ਵੀ ਚਿੱਠੀ ਲਿਖੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ, ਕਹਿੰਦੇ ਕਿ ਸੈਂਡ ਮਾਫੀਆ ਦੇ ਪੇਰੋਲ ਤੇ ਬਹੁਤ ਸਾਰੇ ਵਿਧਾਇਕ ਨੇ ਕਹਿੰਦੇ ਤੁਸੀਂ ਵੀ ਜਿਹੜਾ ਡੋਜ਼ੀਅਰ ਤਿਆਰ ਕੀਤਾ ਉਹਦੇ ਵਿੱਚ ਵੀ ਚਰਚਾਵਾਂ ਹੈਗੀਆਂ ਨੇ, ਔਰ ਕਹਿੰਦੇ ਵਰਚੁਅਲੀ ਐਵੇਂ ਲੱਗ ਰਿਹਾ ਕਿ ਗਵਰਨਮੈਂਟ ਜਿਹੜੀ ਹੈਗੀ ਉਹ ਸੈਂਡ ਮਾਫੀਆ ਚਲਾ ਰਿਹਾ ਹੈਗਾ, ਔਰ ਮਾਈਨਿੰਗ ਪਾਲਿਸੀ ਨੂੰ ਕਹਿੰਦੇ ਤਬਦੀਲ ਕਰਨ ਦੀ ਲੋੜ ਹੈਗੀ ਹੈ। ਪ੍ਰਾਈਵੇਟ ਪਾਰਟੀਜ਼ ਨੂੰ ਮਾਈਨਿੰਗ ਦੀ ਜਿਹੜੀ ਹੈਗੀ ਜ਼ਿੰਮੇਵਾਰੀ ਨਾ ਦਿੱਤੀ ਜਾਵੇ, ਬਲਕਿ ਤੁਹਾਡੀ ਸਰਕਾਰ ਦੇ ਹੁੰਦਿਆਂ ਗਵਰਨਮੈਂਟ ਨੂੰ ਜਿਹੜੀ ਹੈਗੀ ਇਹ ਕਾਰਪੋਰੇਸ਼ਨ। ਮੈਂ ਤਾਂ ਤੁਹਾਨੂੰ ਦੱਸਿਆ ਵੀ ਜੇ ਗਵਰਨਮੈਂਟ ਦੀ ਪੋਲੀਟੀਕਲ ਐਡਮਿਨਿਸਟ੍ਰੇਸ਼ਨ ਦੀ ਬਿੱਲ ਹੈਗੀ ਆ ਤੇ ਜੇ ਅਸੀਂ 22ਵੇਂ ਨੰਬਰ ਤੋਂ ਐਜੂਕੇਸ਼ਨ ਦੇ ਉੱਤੇ ਥੈਂਕਸ ਟੂ ਕ੍ਰਿਸ਼ਨ ਕੁਮਾਰ ਐਂਡ ਥੈਂਕਸ ਟੂ ਕੈਪਟਨ ਅਮਰਿੰਦਰ ਸਿੰਘ ਕਿ ਜਿਨ੍ਹਾਂ ਨੇ, ਕਿਉਂਕਿ ਹੋ ਸਕਦਾ 2 3 4 MLA ਕਹਿੰਦੇ ਤਾਂ ਉਹਨੂੰ ਟਰਾਂਸਫਰ ਕਰ ਦਿੰਦੇ, ਬਟ ਜੇ ਬਿੱਲ ਹੈਗੀ ਆ ਤੇ ਫਿਰ ਬਾਕੀ ਕੰਮਾਂ 'ਚ ਬਿੱਲ ਕਿਉਂ ਨਹੀਂ ਹੈ? ਕਿਉਂਕਿ ਜੇ ਬਿੱਲ ਹੈਗੀ ਆ ਤੇ 22ਵੀਂ ਪਲੇਸ ਤੋਂ ਅਸੀਂ ਜੇ ਪਹਿਲੀ ਪਲੇਸ ਤੇ ਆ ਗਏ ਆ ਤਾਂ ਫਿਰ ਇਹਦਾ ਮਤਲਬ ਤਾਂ ਬਿੱਲ ਦੀ ਕਮੀ ਆ ਨਾ। ਤੁਸੀਂ ਇਸ ਗੱਲ ਤੋਂ ਸਹਿਮਤ ਹੈਗੇ ਹੋ ਐਚਐਸ ਫੂਲਕਾ ਦੀ ਕਿ ਬਹੁਤ ਸਾਰੇ MLA ਸੈਂਡ ਮਾਫੀਆ ਦੇ ਪੇਰੋਲ ਦੇ ਉੱਤੇ ਹੈਗੇ ਨੇ ਔਰ ਉਹ ਆਪ ਇਨਵੋਲਵ ਹੈਗੇ? ਮੈਂ ਤਾਂ ਕਹਿੰਦਾ ਜਿਹੜਾ ਵੀ ਬੰਦਾ ਹੋਵੇ, ਇਰਰਿਸਪੈਕਟਿਵ ਕਿ ਹਾਂ ਵੀ ਉਹ ਕੋਈ ਵੀ ਕੁਛ ਵੀ, ਕੋਈ MLA ਆ, ਕੋਈ ਮਿਨਿਸਟਰ ਆ, ਕੋਈ SHO ਆ, ਕੋਈ SSP ਆ, ਮੈਂ ਤਾਂ ਹਮੇਸ਼ਾ ਇੱਕ ਸਿਸਟਮ ਦੀ ਗੱਲ ਕਰਦਾ।